ब्रेक तो बहुत बड़ा स्वागत है ते दर्शकों तुसीं वेख रहे हो अपना खास प्रोग्राम मशवरा ते मशवरा दे विच साडे नाल स्टूडियो दे विच मौजूद ने लेफ्टिनेंट कर्नल रिटायर्ड जगजीत सिंह गिल अते वातावरण माहर राजेश माहेश्वरी जी जो कि साडे नाल अज बहुत ही एक गंभीर मुद्दे ते चर्चा कर रहे ने। हाँ जी राजेश जी तुहाडे नाल गल करना चाहांगी कि ब्रेक तो पहले असीं गलबात कर रहे सी कि सस्टेनेबल डिवेलपमेंट किस तरह दी है, ठीक है। उस ते असीं गलबात कीती कि जेडे हैगे ट्रांसपोर्टेशन हैगी है जेडी सॉलिड वेस्ट दी वो किस तरह दी है, उस दे काफ़ी ज़्यादा असीं गल कीती है। पर इसदा जेड़ा हल है जेड़ा एक सॉलिड जेड़ा हल है जेड़ा कि होना चाहिए है अते हो सकदा है वो की हो सकदा तुहाडे अकॉर्डिंगली? हल ਦਾ इदा हैगा जी कि किसी भी म्यूनसिपल सॉलिड वेस्ट जे ਆਪਾਂ ਉਹਦਾ ਤਕਨੀਕੀ ਤੌਰ ਤੇ ਉਹਦਾ ਅਧਿਐਨ ਕਰੀਏ ਤਾਂ ਸਾਡੇ ਘਰਾਂ 'ਚ ਤਿੰਨ ਚਾਰ ਤਰੀਕੇ ਦੇ ਵੇਸਟ ਨਿਕਲਦੇ ਆ। ਇੱਕ ਤਾਂ ਬਾਇਓਡੀਗ੍ਰੇਡੇਬਲ ਵੇਸਟ ਨਿਕਲਦਾ ਹੈਗਾ ਜਿਹੜੀ ਆਪਾਂ ਸਬਜ਼ੀਆਂ ਫਲ ਵਗੈਰਾ ਯੂਜ਼ ਕਰਦੇ ਹੈਗੇ ਆ। ਦੂਜਾ ਫੂਡ ਵੇਸਟ ਨਿਕਲਦਾ, ਥੀਸ ਆਰ ਆਲ ਬਾਇਓਡੀਗ੍ਰੇਡੇਬਲ ਵੇਸਟ। ਸੈਕਿੰਡ ਟਾਈਪ ਆਫ ਵੇਸਟ ਜਿਹੜਾ ਹੁੰਦਾ ਹੈ ਘਰਾਂ 'ਚ, ਕਿਉਂਕਿ ਅੱਜ ਦੇ ਜ਼ਮਾਨੇ 'ਚ ਪਲਾਸਟਿਕ, ਪੇਪਰ, ਐਲੂਮੀਨੀਅਮ ਫੋਇਲ, ਲੋਹੇ ਵਗੈਰਾ ਦਾ ਸਮਾਨ ਕਾਫੀ ਘਰਾਂ 'ਚ ਯੂਜ਼ ਹੋਣ ਲੱਗ ਪਿਆ। ਉਹਨੂੰ ਅਸੀਂ ਕਹਿ ਦਿੰਦੇ ਹਾਂ ਰੀਸਾਈਕਲੇਬਲ, ਇਹਨੂੰ ਮੁੜ ਵਰਤੋਂ ਕੀਤਾ ਜਾ ਸਕਦਾ ਹੈਗਾ। ਜੀ ਬਿਲਕੁਲ। ਤੀਜੇ ਟਾਈਪ ਦਾ ਜਿਹੜਾ ਸੋਲਿਡ ਵੇਸਟ ਹੈਗਾ ਉਹ ਹੁੰਦਾ ਹੈਗਾ ਜਿਹਦੀ ਕੋਈ ਰਿਐਕਸ਼ਨ ਨਹੀਂ ਹੁੰਦੀ ਕਿਸੇ ਨਾਲ ਵੀ, ਜਿੱਦਾਂ ਕਿ ਘਰਾਂ 'ਚ ਸਫਾਈ ਕਰਦੇ ਹੋਏ ਡਸਟ ਡਰਟ ਵਗੈਰਾ ਨਿਕਲ ਗਈ, ਕੋਈ ਇੱਟ ਵਗੈਰਾ ਆ ਗਈ ਜਾਂ ਕੋਈ ਲੱਕੜ ਵਗੈਰਾ, ਇਸ ਟਾਈਪ ਦਾ ਮਟੀਰੀਅਲ ਨਿਕਲਦਾ ਹੈ। ਹੁਣ ਜੇ ਆਪਾਂ ਤਕਨੀਕੀ ਤੌਰ 'ਤੇ ਇਹਦਾ ਅਧਿਐਨ ਕਰੀਏ ਤਾਂ ਇੱਕ ਆਦਮੀ ਦੀ ਸੋਲਿਡ ਜਨਰੇਸ਼ਨ ਦੀ ਕੈਪੈਸਿਟੀ 300 ਤੋਂ 400 ਗ੍ਰਾਮ ਹੈਗੀ ਹੈ। ਇੱਕੋ ਥਾਂ ਦੀ ਬਜਾਏ ਅਸੀਂ ਜੇ 4 ਜਾਂ 5 ਜਗ੍ਹਾ ਸਾਰੇ ਸ਼ਹਿਰ ਦੇ ਵਿੱਚ ਬਣਾ ਦਈਏ ਡੈਜਿਗਨੇਟਿਡ ਸਾਈਟ, ਤਾਂ ਉਹਦੇ ਨਾਲ ਕੀ ਹੋਏਗਾ ਕਿ ਟਰਾਂਸਪੋਰਟੇਸ਼ਨ ਹੈਸਲਸ ਘੱਟ ਹੋ ਜਾਣਗੇ ਔਰ ਈਜ਼ੀਲੀ ਟਰਾਂਸਪੋਰਟੇਬਲ ਵੀ ਹੋ ਜਾਏਗਾ ਔਰ ਉਹ ਜ਼ਿਆਦਾ ਬੈਟਰ, ਜ਼ਿਆਦਾ ਐਫੀਸ਼ੀਐਂਸੀ ਨਾਲ ਕੰਮ ਕਰ ਸਕਾਂਗੇ। ਟੈਕਨੀਕਲ ਅਪਰੋਚ ਹਮੇਸ਼ਾ ਹੀ ਕਹਿੰਦੀ ਹੈ ਵੀ ਜਿੰਨੇ ਸਾਡੇ ਰਿਸੋਰਸਿਸ ਹੈਗੇ ਆ ਉਹਨਾਂ ਦਾ ਅਸੀਂ ਅੱਛੇ ਤੋਂ ਅੱਛੇ ਤਰੀਕੇ ਨਾਲ ਘੱਟ ਤੋਂ ਘੱਟ ਪੈਸੇ, ਘੱਟ ਤੋਂ ਘੱਟ ਖਰਚੇ ਨਾਲ ਅਸੀਂ ਉਹਨਾਂ ਦਾ ਇਸਤੇਮਾਲ ਕਰੀਏ, ਚਾਹੇ ਉਹ ਹਿਊਮਨ ਰਿਸੋਰਸਿਸ ਹੋਣ, ਚਾਹੇ ਉਹ ਮਸ਼ੀਨਰੀ ਰਿਸੋਰਸਿਸ ਹੋਣ ਜਾਂ ਕੈਪੀਟਲ ਰਿਸੋਰਸਿਸ ਹੋਣ। ਤੋ ਇਹਦੇ ਵਿੱਚ ਮੈਂ ਇਹੀ ਕੋਸ਼ਿਸ਼ ਤੁਹਾਨੂੰ ਮੈਂ ਸਮਝਾਉਣ ਦੀ ਕਰਾਂਗਾ ਕਿ ਸੋਲਿਡ ਵੇਸਟ ਦੇ ਵਾਸਤੇ ਟਰਾਂਸਪੋਰਟੇਸ਼ਨ ਨੂੰ ਇੱਕ ਬਹੁਤ ਅਹਿਮੀਅਤ ਦਾ ਦਰਜਾ ਦਿੱਤਾ ਜਾਏ ਤਾਂ ਕਿ ਘੱਟੋ ਘੱਟ ਉਹਦੀ ਡੀਗ੍ਰੇਡੇਸ਼ਨ ਰੈਜ਼ੀਡੈਂਸ਼ੀਅਲ ਏਰੀਆ 'ਚ ਨਾ ਹੋਵੇ। जी बिल्कुल, ये तो उन्होंने दसा कि किस तरह नाल जी ट्रांसपोर्टेशन से विच जी प्रॉब्लम आती है जो सल्यूशन है साडे दर्शकों को दसे ने बहुत वधिया तरीके नाल। बट इत्थे असीं हुण गल करदे हां जे ट्रांसपोर्टेशन तो बाद जिहड़ा सॉलिड वेस्ट हैगा ओहदा की प्रोसैस है? इस वेले जिहड़ा प्रोसैस चल रहा वो ओपन ग्राउंड है जी, उत्थे जाके डंपिंग हो जाती, सीधा सिੱਟਦਾ ਜਾਂਦਾ जी। ਉਹਦੇ ਵਿੱਚੋਂ ਜਿਹੜੇ ਉੱਥੇ ਰੈਕ ਪਿਕਰਸ ਆ ਉਹ ਪਲਾਸਟਿਕ ਵਗੈਰਾ ਚੁੱਕਦੇ ਤੇ ਅਜੇ ਓਪਨ ਅਜੇ ਕੋਈ ਆਪਾਂ ਉਹਦੀ ਪ੍ਰੋਸੈਸਿੰਗ ਨਹੀਂ ਕਰ ਰਹੇ। ਇਹ ਤੁਸੀਂ ਜਦੋਂ ਤੁਸੀਂ ਇਹਨਾਂ ਸਾਈਟਾਂ ਤੇ ਜਾਓਗੇ ਤੇ ਤੁਹਾਨੂੰ ਇਹਦੇ ਬਾਰੇ 'ਚ ਪਤਾ ਲੱਗ ਜਾਏਗਾ। ਕੁਝ ਜਗ੍ਹਾ ਹੰਬੜਾ ਸਾਈਡ ਤੇ ਕੋਈ ਡੇਰੀ ਦਾ ਜਿਹੜਾ ਪ੍ਰੋਸੈਸਿੰਗ ਹੋ ਰਹੀ ਹੈ ਉਹ ਬਾਇਓਡਿਜੈਸਟਰ ਲਾ ਕੇ ਜਿਹੜਾ ਗੋਬਰ ਹੈ ਉਹਨੂੰ ਕੀਤਾ ਜਾ ਰਿਹਾ। ਜਿਹੜਾ ਓਪਨ ਕੂੜਾ ਹੈਗਾ ਉਹ ਸਿਰਫ ਸਿੱਧਾ ਹੀ ਖੁੱਲ੍ਹੇ ਆਕਾਸ਼ ਥੱਲੇ ਸੜਨ ਤੇ ਸੁੱਕਣ ਲਈ ਛੱਡਤਾ ਜਾਂਦਾ। ਇਹ ਇਸ ਵੇਲੇ ਪ੍ਰੋਸੈਸਿੰਗ ਆਪਣੇ ਹੋ ਰਹੀ ਹੈ। ਇਹਦੇ ਬਾਰੇ 'ਚ ਸਰਕਾਰ ਬੜੀ ਚਿੰਤਿਤ ਹੈ। ਉਹਨਾਂ ਨੇ ਕਿਸੇ ਟਰਕੀ ਦੀ ਕੰਪਨੀ ਦੇ ਡਿਪਟੀ ਸੀਐਮ ਕਿਤੇ ਜਾ ਕੇ ਆਏ ਬਾਹਰ, ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਉਹਨਾਂ ਨਾਲ ਮੁਆਇਦਾ ਕਰਨ ਦੀ ਤੇ ਉਹ ਕੀ ਪ੍ਰੋਸੈਸ ਹੋਏਗਾ। ਆਪਾਂ ਉਸੇ ਹੀ ਪ੍ਰੋਸੈਸ ਲਈ ਕੀ ਜਾਣਨ ਲਈ ਵੀ ਕੀ ਹੋਣਾ ਚਾਹੀਦਾ, ਕਿਉਂਕਿ ਜਿਹੜਾ ਕੂੜਾ ਹੈ ਨਾ ਉਹ ਹਰ ਇੱਕ ਮੁਲਕ ਦਾ ਅਲੱਗ-ਅਲੱਗ ਤਰੀਕੇ ਦਾ ਹੁੰਦਾ। ਜਿਹੜਾ ਬਾਹਰ ਦਾ ਉਹ ਜ਼ਿਆਦਾ ਪੜ੍ਹੇ ਲਿਖੇ ਆ, ਉਹ ਜ਼ਿਆਦਾ ਚੀਜ਼ਾਂ ਨੂੰ ਸੰਭਾਲ ਕੇ ਵਰਤਦੇ ਆ, ਨਾ ਤਿਆਰੀ ਕਰਕੇ ਕੂੜੇ ਦੀ ਭੇਜਦੇ ਆ, ਦੂਸਰੀ ਚੀਜ਼ ਨਹੀਂ ਸਿੱਟ ਸਕਦੇ। ਆਪਾਂ ਅਜੇ ਉਹਨੇ ਇਸ ਹਿਸਾਬ ਨਾਲ ਵਿਕਸਿਤ ਨਹੀਂ ਆ ਜਿਹੜਾ ਕਿ ਹੋਣਾ ਚਾਹੀਦਾ। ਹੌਲੀ ਹੌਲੀ ਹੋ ਜਾਵਾਂਗੇ ਜੇ ਆਪਾਂ ਇਹਨਾਂ ਵੱਲ ਤਵੱਜੋ ਦੇਵਾਂਗੇ ਕਿ ਜਿਹੜੇ ਆਉਣ ਵਾਲੇ ਆਪਣੇ ਮਸ਼ਵਰਾ ਦੇ ਵਿੱਚ ਕਈ ਪ੍ਰੋਗਰਾਮ ਆਉਣਗੇ ਜਿਹਦੇ ਵਿੱਚ ਆਪਾਂ ਕਲੈਨਲੀਨੈਸ ਬਾਰੇ ਐਜੂਕੇਸ਼ਨ ਦੀ ਗੱਲ ਕਰਾਂਗੇ ਕਿ ਜਿਵੇਂ ਇੱਕ ਸਬਜੈਕਟ ਹੋਣਾ ਚਾਹੀਦਾ ਕਲੈਨਲੀਨੈਸ। ਇਹ ਉਹ ਇਸੇ ਲੜੀ ਦਾ ਉਹ ਹਿੱਸਾ ਹਨ ਕਿ ਨਾਗਰਿਕ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਆਪਣਾ ਆਲਾ ਦੁਆਲਾ ਤੇ ਆਪਣੇ ਆਪ ਨੂੰ ਕਿਵੇਂ ਸਾਫ਼ ਤੇ ਆਪਣੇ ਆਪ ਨੂੰ ਹੈਲਦੀ ਰੱਖ ਸਕੇ। ਜੀ ਬਿਲਕੁਲ ਜੀ ਰਜੇ ਜੀ, ਇੱਥੇ ਗੱਲ ਚੱਲ ਰਹੀ ਹੈ ਕਿ ਜਿਹੜਾ ਕੂੜਾ ਟਰਾਂਸਪੋਰਟੇਸ਼ਨ ਤੋਂ ਬਾਅਦ ਜਿਹੜਾ ਇੱਕ ਥਾਂ ਤੇ ਇੱਕ ਸਾਈਡ ਤੇ ਜਿਹੜਾ ਸੁੱਟ ਦਿੱਤਾ ਜਾਂਦਾ, ਖੁੱਲੇ ਆਕਾਸ਼ ਦੇ ਵਿੱਚ ਸੁੱਟ ਦਿੱਤਾ ਜਾਂਦਾ, ਤੁਹਾਨੂੰ ਕੀ ਲੱਗਦਾ ਹੈ ਕਿ ਉਹਦੇ ਜਿਹੜੇ ਆਲੇ ਦੁਆਲੇ ਲੋਕ ਰਹਿੰਦੇ ਨੇ
ਕਿ ਉਹਦੇ ਨਾਲ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ, ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਪੈਂਦਾ, ਜਾਂ ਵਾਤਾਵਰਣ ਉਸ ਥਾਂ ਤੇ ਵਾਤਾਵਰਣ ਜਿਹੜਾ ਹੈਗਾ ਪ੍ਰਭਾਵਿਤ ਨਹੀਂ ਹੁੰਦਾ? ਵਾਤਾਵਰਣ ਦੀ ਉੱਥੇ ਸਭ ਤੋਂ ਜ਼ਿਆਦਾ ਪ੍ਰੋਬਲਮ ਹੁੰਦੀ ਹੈਗੀ ਹੈ, ਕਿਉਂਕਿ ਜਿੱਥੇ ਤੁਸੀਂ ਕੂੜਾ ਸੱਟ ਦਿੰਦੇ ਹੋ ਇਟ ਟੇਕਸ ਡੇਜ਼ ਮੰਥਸ ਟੂ ਸਟੇਬਲਾਈਜ਼ ਬਾਇਓਡਿਗਰੇਡੇਬਿਲਟੀ ਵਾਈਜ਼। ਸੋ ਵਟ ਹੈ ਉੱਥੇ ਕੀ ਹੁੰਦਾ ਹੈਗਾ ਕਿ ਜਿਹੜਾ ਇਨਵਾਇਰਨਮੈਂਟ ਹੈ ਉਹ ਹਾਈਲੀ ਪੋਲਿਊਟਡ ਹੋ ਜਾਂਦਾ ਹੈ। ਦੇਰ ਇਜ਼ ਅ ਗੈਸ ਪੋਲਿਊਸ਼ਨ ਪ੍ਰੋਬਲਮ, 에ਅਰ ਪੋਲਿਊਸ਼ਨ ਪ੍ਰੋਬਲਮ। ਉੱਥੇ ਜਾ ਕੇ ਜਿਹੜੀ ਦੂਜੀ ਪ੍ਰੋਬਲਮ ਇਹ ਹੋ ਜਾਂਦੀ ਹੈ, ਮੱਖੀ ਮੱਛਰ ਵਗੈਰਾ ਕਾਫੀ ਇਕੱਠੇ ਹੋ ਜਾਂਦੇ ਹੈਗੇ ਹੈ। ਔਰ ਜੇ ਉੱਥੇ ਕਿਸੇ ਵਕਤ ਬਾਰਿਸ਼ ਵਗੈਰਾ ਦਾ ਪਾਣੀ ਆ ਜਾਵੇ ਤੇ ਉਹ ਪਾਣੀ ਜ਼ਮੀਨ ਦੇ ਵਿੱਚ ਪਰਕੂਲੇਟ ਕਰ ਜਾਂਦਾ ਹੈਗਾ, ਔਰ ਇੱਕ ਸਭ ਤੋਂ ਸਾਡਾ ਨੈਚੁਰਲ ਜਿਹੜਾ ਵਾਟਰ ਹੈ ਉਹਨੂੰ ਉਹ ਟੋਟਲੀ ਪੋਲਿਊਟ ਕਰ ਦਿੰਦਾ ਹੈਗਾ। ਇਹ ਬਿਗ ਇਸ਼ੂ ਹੈਗਾ। ਬਟ ਨਜ਼ਰੀਆ ਜੇ ਆਪਾਂ ਦੂਜੇ ਤਰੀਕੇ ਨਾਲ ਦੇਖੀਏ ਕਿ ਜਿਹੜਾ ਚੀਜ਼ ਕੁਝ ਦਿਨ ਪਹਿਲਾਂ ਵੇਸਟ ਨਹੀਂ ਸੀ, ਇਟ ਵਾਜ ਅ ਯੂਜੇਬਲ ਮਟੀਰੀਅਲ, ਅੱਜ ਉਹ ਵੇਸਟ ਹੋ ਗਿਆ। ਅੱਜ ਤੋਂ ਕੁਝ ਟਾਈਮ ਪਹਿਲਾਂ ਉਹ ਵੇਸਟ ਨਹੀਂ ਸੀਗਾ, ਇਟ ਵਾਜ ਅ ਯੂਜੇਬਲ ਮਟੀਰੀਅਲ। ਤੇ ਇਸ ਦਾ ਕੀ ਹੱਲ ਕੀ ਹੋ ਸਕਦਾ? ਹਾਂ, ਕੀ ਅਸੀਂ ਵੇਸਟ ਟੂ ਵੈਲਥ ਕ੍ਰੀਏਟ ਨਹੀਂ ਕਰ ਸਕਦੇ? ਆਲ ਓਵਰ ਜਿੰਨੀ ਯੂਰੋਪੀਅਨ ਕੰਟਰੀਜ਼ ਹੈ, ਰੈਗੂਲਰਲੀ ਦੇ ਆਰ ਡਿਵੈਲਪਿੰਗ ਦਿਸ ਮੈਥਡ ਟੂ ਜਨਰੇਟ ਪ੍ਰੀਸੀਅਸ ਰਿਸੋਰਸਿਸ, ਔਰ ਉਹ ਵੇਸਟ ਨੂੰ ਰੀਅਲੀ ਕਨਵਰਟਿੰਗ ਇਨਟੂ ਵੈਲਥ, ਗਾਰਬੇਜ ਟੂ ਗੋਲਡ ਯੂ ਕੈਨ ਸੇ। ਔਰ ਸਾਡੇ ਇੱਥੇ ਵੀ ਇਹੋ ਜਿਹੀ ਗੱਲ ਨਹੀਂ ਹੈਗੀ ਹੈ। ਕੁਝ ਇੰਡਸਟਰੀ ਜਿਹੜੀ ਹੈ ਉਹ ਵੇਸਟ ਤੇ ਹੀ ਸਰਵਾਈਵ ਕਰ ਰਹੀ ਹੈ, ਉਹਨਾਂ ਨੇ ਬਹੁਤ ਅੱਛਾ ਡਿਵੈਲਪ ਕੀਤਾ ਹੈਗਾ। ਸੇ ਐਗਜ਼ਾਮਪਲ ਵਾਸਤੇ ਸਟੀਲ ਇੰਡਸਟਰੀ, ਸਾਡੀ ਜਿਹੜੀ 30% ਹਿੰਦੁਸਤਾਨ ਦੀ ਸਟੀਲ ਇੰਡਸਟਰੀ ਹੈ ਉਹ ਵੇਸਟ ਸਕ੍ਰੈਪ ਤੇ ਸਰਵਾਈਵਲ ਕਰਦੀ ਹੈ। 90% ਸਾਡੀ ਲੈਡ ਐਸਿਡ ਬੈਟਰੀ ਵੇਸਟ ਸਕ੍ਰੈਪ ਤੇ ਸਰਵਾਈਵ ਕਰਦੀ ਹੈ। ਤੇ ਮਿਊਨਿਸਪਲ ਸੋਲਿਡ ਵੇਸਟ ਕਿਉਂ ਨਹੀਂ ਕਰ ਸਕਦਾ? ਕੁਐਸਚਨ ਬੜਾ ਇੰਪੋਰਟੈਂਟ ਹੈ। ਰੀਜ਼ਨ ਇਹ ਹੈਗਾ ਕਿ there is no interaction between private persons, because those private persons are individual, not corporate bodies, and the regular ਜੇ ਆਪਾਂ ਸੋਚੀਏ ਵੀ ਗਵਰਨਮੈਂਟ ਇਹ ਕਹਿੰਦੇ ਸਾਡੇ ਕੋਲ ਰਿਸੋਰਸਿਸ ਨਹੀਂ ਹੈ, ਬਟ ਜੇ ਇਹ ਵੇਸਟ ਟੂ ਵੈਲਥ ਹੈਗਾ ਤੇ ਰਿਸੋਰਸਿਸ ਤਾਂ ਆਟੋਮੈਟਿਕਲੀ ਕ੍ਰੀਏਟ ਹੋ ਜਾਣਗੇ। ਜੀ ਬਿਲਕੁਲ। ਤੇ ਫੋਰ ਐਗਜ਼ਾਮਪਲ ਸਾਡੇ ਵੇਸਟ ਦੇ ਵਿੱਚ ਕੀ ਹੈਗਾ? ਇਟ ਇਜ਼ ਇਨਰਟ ਮਟੀਰੀਅਲ, ਇਟ ਕੈਨ ਬੀ ਯੂਜ਼ਡ ਫॉर ਲੈਂਡ ਫਿਲਿੰਗ, ਇਹਦਾ ਕੋਈ ਯੂਜ਼ ਨਹੀਂ ਹੈ। ਬਟ ਜੇ ਅਸੀਂ ਬਾਕੀ ਦੋ ਵੇਸਟ ਤੇ ਆਈਏ, ਇੱਕ ਪਲਾਸਟਿਕ ਮਟੀਰੀਅਲ ਔਰ ਇੱਕ ਬਾਇਓਡਿਗਰੇਡੇਬਲ ਕਿਚਨ ਵੇਸਟ ਐਟਸੈਟਰਾ, ਉਹਦੀ ਬਹੁਤ ਅੱਛੀ ਵੈਲਿਊ ਹੈਗੀ ਹੈ। ਤੁਸੀਂ ਜੇ ਇਹਦੀ ਕੁਆਂਟੀਟੀ ਆਪਾਂ ਕੁਆਂਟੀਫਾਈ ਕਰੀਏ, ਜਿੱਦਾਂ ਮੈਂ ਕਿਹਾ ਵੀ ਕਿ ਟੋਟਲ 1200 ਤੋਂ 1500 ਸੋਲਿਡ ਵੇਸਟ ਨਿਕਲੇਗਾ, ਤੇ ਉਹਦੇ ਵਿੱਚ 40% ਰਫਲੀ ਪਲਾਸਟਿਕ ਵੇਸਟ ਹੁੰਦਾ ਹੈ, 40% ਰਫਲੀ डिग्रेडेबल वेस्ट होता है, एंड बोथ आर यूजेबल फॉर्म ऑफ इट। ओके जी बिल्कुल, ये तो बहुत वधिया जिहड़ा तुसीं आंसर दिता है। पर इत्थे भी जिहड़े लोग जिस तरह तुसीं दस्सिया करना जी कि जिहड़ा उत्थे कूड़ा खुले आसमान दे विच सट दिता जांदा है ते उस तों बाद ओहदे विच जिहड़े हैगे दोबारा इस्तेमाल दे विच लिआउण वालीआं जिहड़ियां चीज़ां नूं ओहदे विच चुनिया जांदा, जिस तरह प्लास्टिक वगैरह। पर इत्थे असीं पिछले प्रोग्राम विच भी गल कीती सी कि कई जिहड़े लोग हैगे ने इकट्ठे इक्को ही डस्टबिन दे विच कूड़ा पा दिंदे ने अते जिहड़े बल्ब और कच दे जिहड़े इहो ਜਿਹੇ समान ने ਉਹ ਵੀ ਉਹਦੇ ਵਿੱਚ ਪਾ ਦਿੰਦੇ ਤੇ ਜਦੋਂ ਉਹ ਲੋਕ ਉਤੇ ਇਹ ਚੀਜ਼ਾਂ ਨੂੰ ਚੁਣਦੇ ਨੇ ਤੇ ਉਹਨਾਂ ਨੂੰ ਕਾਫੀ ਪ੍ਰੋਬਲਮਸ ਆਉਂਦੀਆਂ, ਉਹਨਾਂ ਦੇ ਹੱਥ ਕੱਟੇ ਜਾਂਦੇ ਆ। ਕਿ ਤੁਹਾਨੂੰ ਨਹੀਂ ਲੱਗਦਾ ਕਿ ਨਗਰ ਨਿਗਮ ਨੂੰ ਉਸ ਦੇ ਲਈ ਕੁਝ ਪ੍ਰਬੰਧ ਕਰਨੇ ਚਾਹੀਦੇ, ਉਹਨਾਂ ਨੂੰ ਕੁਝ ਇਹੋ ਜਿਹੇ ਗਲਵਸ ਦੇਣੇ ਚਾਹੀਦੇ, ਉਹਨਾਂ ਦੀ ਇਹੋ ਜਿਹੀ ਡਰੈਸਿਸ ਹੋਣੀਆਂ ਚਾਹੀਦੀਆਂ ਨੇ ਜਿਹਦੇ ਨਾਲ ਕਿ ਆਪਣੀ ਉਹਨਾਂ ਦੀ ਹੈਲਥ ਵੀ ਜਿਹੜੀ ਉਹ ਠੀਕ ਰਹੇ? ਇਹ ਬੜੀ ਇੰਪੋਰਟੈਂਟ ਗੱਲ ਆ ਕਿ ਜਿਹੜਾ ਵੀ ਕੋਈ ਬੰਦਾ ਕਿਤੇ ਕੰਮ ਕਰਦਾ ਜਿਹਦੇ ਉਹਦੇ ਵਰਕ ਪਲੇਸ ਹੈਜ਼ਰਡ, ਉਹਨੂੰ ਕਹਿੰਦੇ ਆਪਾਂ ਵਰਕ ਪਲੇਸ ਹੈਜ਼ਰਡ, ਉਹਦੇ ਨਾਲ ਉਹਨੂੰ ਜਿਹੜੇ ਉੱਥੋਂ ਉਹਨੂੰ ਬਿਮਾਰੀਆਂ ਲੱਗ ਸਕਦੀਆਂ। ਖੁੱਲ੍ਹੇ ਕੰਮ ਕਰਨ ਲਈ ਉਹਨੂੰ ਮਾਸਕ ਵੀ ਚਾਹੀਦਾ, ਉਹਨੂੰ ਗਲਵਜ਼ ਵੀ ਚਾਹੀਦੇ ਆ। ਅਤੇ ਜਿਵੇਂ ਆਪਾਂ ਪ੍ਰੋਗਰਾਮ 'ਚ ਦੱਸਿਆ ਸੀ ਵੀ ਉਹ ਜਿਹੜਾ ਕੱਚਾ ਜਿਹੜੇ ਨਾਗਰਿਕ ਆ ਉਹ ਪਾਉਣ ਹੀ ਨਾ, ਉਹ ਉਹਨਾਂ ਨੂੰ ਮਿਊਨਿਸਪਲ ਕਾਰਪੋਰੇਸ਼ਨ ਜਿਹੜਾ ਆਪਣਾ ਨੇੜੇ ਦਾ ਜਿੱਥੇ ਵਾਟਰ ਟੈਂਕ ਹੈ ਉੱਥੇ ਕੋਈ ਇਹੋ ਜਿਹਾ ਯੰਤਰ ਲਾ ਦੇਣ ਜਿਹਦੇ ਵਿੱਚ ਕਿ ਹੌਪਰ ਦੇ ਵਿੱਚ ਆਪਾਂ ਬਲਬ ਟਿਊਬਾਂ ਜਿਹੜੀਆਂ ਕਿ ਛੋਟੇ ਛੋਟੇ ਕੱਚ ਜਿਹੜਾ ਹੈਗਾ ਉਹਨੂੰ ਉੱਥੇ ਹੀ ਕ੍ਰਸ਼ ਕਰਕੇ ਉਹਨੂੰ ਰੀਸਾਈਕਲੇਬਲ ਫਾਰਮ 'ਚ ਕਨਵਰਟ ਕਰਤਾ ਜਾਵੇ। ਬਾਕੀ ਜਿਹੜੀ ਵੀ ਕੰਪਨੀ ਹੈ ਉਹ ਵਚਨਬੱਧ ਹੋਵੇ ਵੀ ਜਿਹੜੇ ਸਾਡੇ ਬੰਦੇ ਆ ਉਹਨਾਂ ਨੂੰ ਮਾਸਕ ਦਿੱਤੇ ਜਾਣਗੇ, ਉਹਨਾਂ ਨੂੰ ਉਹਦੇ ਕੱਪੜੇ ਦਿੱਤੇ ਜਾਣਗੇ, ਉਹਨਾਂ ਨੂੰ ਗਮ ਸ਼ੂਜ਼ ਦਿੱਤੇ ਜਾਣਗੇ, ਜਾਂ ਉਹਨਾਂ ਦੇ ਉੱਤੇ ਕੋਈ ਓਵਰਆਲ ਕੱਪੜੇ ਦੇ ਉੱਤੇ ਓਵਰਆਲ ਜਿਹਨੂੰ ਆਪਾਂ ਓਵਰਆਲ ਪਾ ਲਈਦਾ ਉਹ ਪਾ ਸਕਣ, ਉਹਨਾਂ ਦੇ ਜਿਹੜੇ ਹੈੱਡ ਹੈ ਉਹ ਕਵਰਡ ਹੋਣ, ਉਹਨਾਂ ਦੇ ਜਿਹੜੇ ਨੇਲਸ ਆ ਉਹਨਾਂ ਦੀ ਜਿਹੜੀ ਮੰਥਲੀ ਹੈਲਥ ਚੈੱਕਅਪ ਹੈ, ਉਹਨਾਂ ਦੀ ਕੰਡੀਸ਼ਨ ਲੰਗਸ ਦੀ, ਇਹ ਸਾਰੀਆਂ ਚੀਜ਼ਾਂ ਜ਼ਿੰਮੇਵਾਰੀ ਹੈ ਸਰਕਾਰ ਦੀ ਨਾਲ ਉਹ ਕੰਪਨੀ ਦੀ ਵੀ ਜਿਹੜਾ ਇਹ ਚੀਜ਼ਾਂ ਪ੍ਰੋਵੀਜ਼ਨ ਕਰੇ। ਆਪਾਂ ਉਹਨਾਂ ਨੂੰ ਮਤਲਬ ਇੱਕ ਜਗ੍ਹਾ ਆਪਾਂ ਤਾਂ ਨੇੜੇ ਜਾ ਕੇ ਰਾਜੀ ਨਹੀਂ, ਜਿਹੜਾ ਬੰਦਾ ਨੇੜੇ ਜਾਂਦਾ ਉਹਨੂੰ ਐਟਲੀਸਟ ਉਹਦੀ ਇੰਸ਼ੋਰੈਂਸ ਤਾਂ ਹੋਵੇ ਕਿਸੇ ਤਰੀਕੇ ਦੀ,
ਉਹਨੂੰ ਆਪਾਂ ਕੱਪੜਾ ਤਾਂ ਚੰਗਾ ਦਈਏ, ਉਹਦੇ ਵਰਤਣ ਲਈ ਸਮਾਨ ਦਈਏ। ਜੀ ਬਿਲਕੁਲ, ਇੱਥੇ ਬਹੁਤ ਹੀ ਜਿਹੜੀ ਵਧੀਆ ਤੁਸੀਂ ਗੱਲ ਕਹੀ ਹੈ ਕਿ ਉਹਨਾਂ ਨੂੰ ਐਟਲੀਸਟ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਕੰਪਨੀ ਜਾਂ ਫਿਰ ਨਗਰ ਨਿਗਮ ਦੇ ਵੱਲੋਂ ਉਹਨਾਂ ਦਾ ਮੰਥਲੀ ਜਿਹੜਾ ਹੈਲਥ ਚੈੱਕਅਪ ਵੀ ਜ਼ਰੂਰ ਹੋਣਾ ਚਾਹੀਦਾ ਅਤੇ ਉਹਨਾਂ ਦੇ ਜਿਹੜੇ ਗਲਵਸ ਨੇ ਉਹਨਾਂ ਨੇ ਇਹੋ ਜਿਹੀ ਇੱਕ ਡਰੈਸ ਪ੍ਰੋਵਾਈਡ ਕਰਵਾਉਣੀ ਚਾਹੀਦੀ ਹੈ ਕਿ ਜਿਸ ਦੇ ਨਾਲ ਉਹਨਾਂ ਦੀ ਜਿਹੜੀ ਸਿਹਤ ਤੇ ਇਸ ਦਾ ਕੋਈ ਅਸਰ ਨਾ ਪਵੇ। ਤੇ ਇੱਥੇ ਅਸੀਂ ਗੱਲ ਕਰਦੇ ਹਾਂ ਤੇ ਸੁਣ ਲੈਂਦੇ ਹਾਂ ਕਿ ਜਿਹੜੇ ਉਹ ਕਰਮਚਾਰੀ ਨੇ ਜਿਹੜੇ ਇਸ ਤਰ੍ਹਾਂ ਦਾ ਉਹ ਕੰਮ ਕਰ ਰਹੇ ਨੇ ਉੱਥੇ, ਉਹਨਾਂ ਦਾ ਕੀ ਕਹਿਣਾ। कागज मुंह में उठाते हैं, साहब हाथ कट जाते हैं, क्या करें, पेट पालना है बच्चे को अपना, जो भी बनेगा वो तो करना ही पड़ेगा साहब, क्या करें, इसमें तो परेशानी है ही। हम लोग को हाथ कट जाते हैं, सारा दिन खून निकलता है, क्या करें, करना ही पड़ेगा वो काम तो हम लोग को। ਜੀ ਰਚੇਤ ਜੀ, ਜਿਸ ਤਰ੍ਹਾਂ ਸਾਡੀ ਚਰਚਾ ਹੋ ਰਹੀ ਸੀ ਤੇ ਤੁਸੀਂ ਇੱਕ ਕਥਨ ਬੋਲਿਆ ਸੀ ਗਾਰਬੇਜ ਟੂ ਗੋਲਡ, ਉਸ ਨੂੰ ਕਿਸ ਤਰ੍ਹਾਂ ਨਾਲ ਤੁਸੀਂ ਜਿਹੜਾ ਹੈ ਕਲੈਰੀਫਾਈ ਕਰੋਗੇ ਸਾਡੇ ਦਰਸ਼ਕਾਂ ਨੂੰ। ਮੈਡਮ ਇਸ ਡਿਸਕਸ਼ਨ 'ਚ ਮੈਂ 2-3 ਵਾਰੀ ਕੁਝ ਕੁਆਂਟੀਟੀਆਂ ਤੁਹਾਨੂੰ ਮੈਂਸ਼ਨ ਕੀਤੀ ਕਿ ਲੁਧਿਆਣਾ ਸ਼ਹਿਰ ਦਾ ਅਸੀਂ ਐਗਜ਼ਾਮਪਲ ਲੈਂਦੇ ਹਾਂ, ਅਸੀਂ ਇੱਥੇ ਦੇ ਸ਼ਹਿਰ ਵਾਸੀ ਹੈਗੇ ਹਾਂ ਤੇ 1200 ਤੋਂ 1500 ਟਨ ਅਸੀਂ ਵੇਸਟ ਐਸਟੀਮੇਟ ਕਰਦੇ ਹਾਂ, ਜਿਸ 'ਚ 40% ਵੇਸਟ ਜਿਹੜਾ ਉਹ ਪਲਾਸਟਿਕ ਔਰ ਰੀਸਾਈਕਲੇਬਲ ਵੇਸਟ ਹੈ। ਪਲਾਸਟਿਕ ਦੀ ਬੋਟਲਸ ਹੋ ਸਕਦੀ ਹੈ, ਪਲਾਸਟਿਕ ਦੇ ਬੈਗਸ ਹੋ ਸਕਦੇ ਹੈਗੇ ਹੈ, ਪਾਣੀ ਦੀ ਬੋਤਲਾਂ ਹੋ ਸਕਦੀ ਹੈ, ਐਲੂਮੀਨੀਅਮ ਫਾਇਲ ਹੋ ਸਕਦੀ ਹੈ, ਕੁਝ ਲੋਹੇ ਦਾ ਕਬਾੜ ਹੋ ਸਕਦਾ ਹੈ ਜਿਹੜਾ ਕਿ ਸਟ੍ਰੇਟ ਫਾਰਵਰਡ ਹੀ ਮਾਰਕੀਟ 'ਚ ਸੇਲ ਹੋ ਸਕਦਾ ਹੈ। ਸਪੈਸ਼ਲੀ ਐਲੂਮੀਨੀਅਮ ਔਰ ਲੋਹੇ ਦੀ ਜਿਹੜੇ ਚੀਜ਼ਾਂ ਨੇ ਉਹ ਜਿੰਨੀ ਵੀ ਕੁਆਂਟੀਟੀ 'ਚ ਨਿਕਲਦੀ ਹੈ ਉਹ ਮਾਰਕੀਟ 'ਚ ਸਿੱਧਾ ਐਜ ਏ ਸਕ੍ਰੈਪ ਸੇਲ ਕੀਤੀ ਜਾ ਸਕਦੀ ਹੈ। ਜਿਹੜਾ ਇਹਨਾਂ ਨੂੰ ਅਸੀਂ ਕਿਸੇ ਵੀ ਆਥੋਰਾਈਜ਼ਡ ਪ੍ਰੋਸੈਸਰ ਨੂੰ, ਕਿਉਂਕਿ ਲੁਧਿਆਣਾ ਦੇ ਵਿੱਚ ਹੀ ਲੋਹੇ ਦੀ ਪ੍ਰੋਸੈਸਿੰਗ ਦੀ ਬਹੁਤ ਫੈਸਿਲਿਟੀਜ਼ ਹੈਗੀ ਹੈ, ਤੁਸੀਂ ਕਿਸੇ ਵੀ ਆਥੋਰਾਈਜ਼ਡ ਬੰਦੇ ਨੂੰ ਇਹ ਵੇਸਟ ਦੇ ਸਕਦੇ ਹੋ ਔਰ ਉਹ ਤੁਹਾਨੂੰ ਇਸ ਚੀਜ਼ ਦਾ ਪੈਸਾ ਦੇਗਾ, ਮਾਰਕੀਟ ਰੇਟ ਤੇ ਪੈਸਾ ਦੇਗਾ। ਇਸੇ ਤਰੀਕੇ ਨਾਲ ਜੇ ਅਸੀਂ ਪਲਾਸਟਿਕ ਦਾ ਦੇਖੀਏ, ਪਲਾਸਟਿਕ ਦੇ ਅੱਜ ਦੀ ਡੇਟ 'ਚ ਬਹੁਤ ਯੂਜ਼ ਆ ਗਏ ਨੇ। ਜੇ ਆਪਾਂ PVC ਪਲਾਸਟਿਕ ਦੇਖੀਏ ਜਾਂ ਆਪਾਂ ਪਲਾਸਟਿਕ ਦੀ ਬੋਟਲਸ ਦੇਖੀਏ, ਪਲਾਸਟਿਕ ਦੀ ਬੋਟਲ ਨੂੰ ਕ੍ਰਸ਼ ਕਰਕੇ ਵਾਸ਼ ਕਰਕੇ ਜੇ ਅਸੀਂ ਉਹਨੂੰ ਫਾਈਬਰ ਬਣਾ ਦਈਏ ਤਾਂ ਉਹ ਬਹੁਤ ਜਗ੍ਹਾ ਘਰ 'ਚ ਯੂਜ਼ ਹੁੰਦਾ ਹੈ। ਜੀ ਅਗੇਨ ਇੱਕ ਵੇਚਣ ਵਾਲੀ ਚੀਜ਼ ਹੈ, ਵਿਕਣ ਵਾਲੀ ਚੀਜ਼ ਹੈ, ਮਾਰਕੀਟ 'ਚ ਉਹਦੀ ਇੱਕ ਡਿਮਾਂਡ ਵੀ ਹੈਗੀ ਹੈ ਔਰ ਉਹਦਾ ਇੱਕ ਪ੍ਰਾਈਸ ਵੀ ਹੈਗਾ। ਉਸ ਤੋਂ ਇਲਾਵਾ ਜਿਹੜਾ ਪਲਾਸਟਿਕ ਬਚਦਾ ਹੈਗਾ, PVC ਵਗੈਰਾ ਹੈਗਾ, ਉਹਨੂੰ ਅਸੀਂ ਸਾਫ਼ ਕਰਕੇ ਔਰ ਜੇ ਅਸੀਂ ਉਹਨੂੰ ਚਿਪਸ ਦੀ ਸ਼ੇਪ 'ਚ ਦੇ ਦਈਏ ਤਾਂ ਉਹਦਾ ਬਾਅਦ 'ਚ ਇਲੈਕਟ੍ਰੀਕਲ ਕੰਡਿਊਟਸ ਔਰ ਸਾਈਕਲ ਪਾਰਟਸ ਔਰ ਇੰਨੇ ਯੂਜ਼ ਆ ਆਟੋ ਪਾਰਟਸ ਵਗੈਰਾ 'ਚ ਕਿ ਦਿਸ ਇਜ਼ ਸਟ੍ਰੇਟ ਅਵੇ ਅ ਗੋਲਡ ਵਿਚ ਵਾਜ ਅਰਲੀਅਰ ਵੇਸਟ। ਇਹਦੀ ਮਿਨੀਮਮ ਪ੍ਰਾਈਸ ਵੀ ਅਸੀਂ ਕੈਲਕੂਲੇਟ ਕਰ ਲਈਏ ਤਾਂ ਇਟ ਵਿਲ ਕਮ ਇਨ ਲੈਕਸ। ਉਸ ਤੋਂ ਬਾਅਦ ਜਿਹੜਾ ਦੂਜਾ ਪਕਸ਼ ਹੈਗਾ ਸਾਡਾ ਵੇਸਟ ਦਾ, ਬਾਇਓਡਿਗ੍ਰੇਡੇਬਲ ਵੇਸਟ, ਜਿਸ 'ਚ ਕਿ ਸਬਜ਼ੀਆਂ ਦੇ ਛਿਲਕੇ, ਫਲਾਂ ਦੇ ਛਿਲਕੇ ਤੁਸੀਂ ਲੈ ਲਓ, ਹੋਰ ਫੂਡ ਵੇਸਟ ਵਗੈਰਾ, ਉਹ 'ਚ ਹਾਈ ਆਰਗੈਨਿਕ ਕੰਟੈਂਟ ਹੈਗੇ ਹੈ। ਉਹ ਕਿਸ ਤਰ੍ਹਾਂ ਦੇ? ਬਿਕੋਜ਼ ਆਲ ਜਿਹੜਾ ਵੀ ਅਸੀਂ ਖਾਣਾ ਖਾਂਦੇ ਆ ਜਾਂ ਸਬਜ਼ੀਆਂ ਵਗੈਰਾ, ਦੇ ਆਰ ਆਰਗੈਨਿਕ ਮੈਟਰ, ਡੀਗ੍ਰੇਡੇਬਲ ਮੈਟਰ। ਉਸ 'ਚ ਇੰਨੀ ਆਰਗੈਨਿਕ ਮਟੀਰੀਅਲ ਹੁੰਦਾ ਹੈ ਕਿ ਜੇ ਅਸੀਂ ਉਹਨੂੰ ਕਨਵਰਟ ਕਰੀਏ ਤਾਂ ਉਹ ਸਾਨੂੰ ਕੋਈ ਨਾ ਕੋਈ ਸ਼ੇਪ 'ਚ ਪ੍ਰੋਫਿਟੇਬਲ ਪ੍ਰੋਡਕਟ ਦੇ ਸਕਦਾ ਹੈ। ਦਾ ਵੈਰੀ ਸਿੰਪਲ ਮੈਥਡ ਇਜ਼ ਤੁਸੀਂ ਮੈਨਿਓਰ ਬਣਾ ਸਕਦੇ ਹੋ, ਬਾਇਓਡਿਗ੍ਰੇਡੇਬਲ ਫਰਟੀਲਾਈਜ਼ਰ ਬਣਾ ਸਕਦੇ ਹੋ। इट्स अ वेरी सिंपल प्रोसेस, you require 30 to 45 days, वो सारा कन्वर्ट हो जाएगा। एंड दिस मैन्योर इज रिक्वायर्ड इंस्टेड ऑफ केमिकल फर्टिलाइजर, दिस इज़ अ प्रेफर्ड वे। सैकेंड ਜਿਹੜੀ ਹੈਗੀ ਹੈ ਇਸੇ ਦਾ ਹੀ ਯੂਜ਼ ਹੈ ਕਿ ਤੁਸੀਂ ਇਹਨੂੰ ਬਰਨ ਵੀ ਕਰਕੇ ਇਲੈਕਟ੍ਰਿਸਿਟੀ ਵੀ ਪ੍ਰੋਡਿਊਸ ਕਰ ਸਕਦੇ ਹੋ, ਪਰ ਉਸ 'ਚ ਕੁਝ ਪ੍ਰੋਬਲਮਸ ਹੈ 에ਅਰ ਪੋਲੂਸ਼ਨ ਦੀ ਔਰ ਉਹਦੀ ਬਰਨੇਬਿਲਿਟੀ ਦੀ। ਜੇ ਆਪਾਂ ਇੱਕ ਹੋਰ ਮੈਥਡ ਤੇ ਜਾਈਏ ਬਾਇਓਡਿਗ੍ਰੇਡੇਸ਼ਨ ਦੇ, ਸੋ ਵੀ ਕੈਨ ਪੁੱਟ ਬਾਇਓਡਾਈਜੈਸਟਰ। ਤੁਸੀਂ ਇੱਕ ਸਾਰੇ ਵੇਸਟ ਨੂੰ ਪਾਣੀ 'ਚ ਪਾ ਕੇ ਡਾਈਜੈਸਟ ਕਰ ਦਿਓ, ਉਸ 'ਚ ਜਿਹੜੀ ਗੈਸ ਬਣੇਗੀ ਦੈਟ ਕੈਨ ਰਨ ਯੂਅਰ ਜਨਰੇਟਰ। ਆਲਰੇਡੀ ਲੁਧਿਆਣਾ 'ਚ ਇੱਕ ਜਨਰੇਟਰ ਇਹੋ ਜਿਹਾ ਚੱਲ ਰਿਹਾ ਗੋਬਰ ਵੇਸਟ ਤੇ ਮਿਊਨਿਸਪਲ ਸੋਲਿਡ ਵੇਸਟ ਦਾ ਵੀ ਕੁਝ ਉਹ ਟਾਈਪ ਦੀ ਕੰਪੋਜੀਸ਼ਨ ਹੁੰਦੀ ਹੈ ਤੇ ਉਹ ਉੱਥੇ ਵੀ ਗੈਸ ਜਿਹੜੀ ਹੈ ਜਨਰੇਟ ਕਰ ਸਕਦੀ ਹੈ। ਔਰ ਉਹਦਾ ਇੱਕ ਸਭ ਤੋਂ ਵਧੀਆ ਪੱਖ ਕੀ ਹੈਗਾ ਕਿ ਜਿਹੜਾ ਉਸ ਤੋਂ ਕਚਰੇ 'ਚੋਂ ਪਾਣੀ 'ਚੋਂ ਡਿਜ਼ੋਲਵ ਕਰਨ ਤੋਂ ਬਾਅਦ ਸਭ ਕੁਝ ਗੈਸ ਨਿਕਲਣ ਤੋਂ ਬਾਅਦ ਜਿਹੜਾ ਉਹਦਾ ਸੋਲਿਡ ਵੇਸਟ ਆਏਗਾ ਉਹ ਅਗੇਨ ਇੱਕ ਮੈਨਿਓਰ ਹੈ। ਉਹ ਕਿਸ ਤਰ੍ਹਾਂ ਨਾਲ? ਉਹ ਮੈਨਿਓਰ ਬਿਕਾਜ਼ ਉਹ ਜਿਹੜਾ ਸੋਲਿਡ ਹੈਗਾ ਉਹ ਡਾਈਜੈਸਟਡ ਹੈ, ਉਹਦੀ ਆਕਸੀਜਨ ਦੀ ਰਿਕੁਆਇਰਮੈਂਟ ਪੂਰੀ ਹੋ ਚੁੱਕੀ ਹੈ। ਜੇ ਅਸੀਂ ਉਹਨੂੰ ਇਨਵਾਇਰਨਮੈਂਟ 'ਚ ਛੱਡਦੇ ਹਾਂ ਉਹਨੇ ਕੋਈ ਸਮੈਲ ਨਹੀਂ ਫੈਲਾਣੀ ਤੇ ਉਹ ਇਟ ਇਜ਼ ਅ ਹਾਈਲੀ ਨਿਊਟਰੀਐਂਟ। ਜੇ ਫਰਟੀਲਾਈਜ਼ਰ ਦੇ ਵਾਸਤੇ ਇੱਕ ਨੈਚੁਰਲ ਫਰਟੀਲਾਈਜ਼ਰ ਹੈਗਾ ਆਪਣੀ ਸੋਇਲ ਵਾਸਤੇ। ਤੇ ਇਹ ਸਾਰੀ ਜਿਹੜੀ ਚੀਜ਼ਾਂ ਹੈਗੀ ਹੈ, ਇਫ ਯੂ ਕੰਬਾਈਨ ਥੀਜ਼ ਅਸੈਟਸ they are, you can say, fertilizer, this is gas, metal, plastic.
ਦਾ ਓਨਲੀ ਸਸਟੇਨੇਬਲ ਪਾਰਟ ਜਿਹੜੇ ਮਿਸਟਰ ਗਿੱਲ ਸਾਹਿਬ ਬਾਰ-ਬਾਰ ਕਹਿ ਰਹੇ ਉਸ 'ਚ ਕੀ ਹੈਗਾ ਕਿ ਜਦ ਵੀ ਇਹ ਤੁਸੀਂ ਪ੍ਰੋਸੈਸ ਕਰਦੇ ਹੋ ਵਾਟਰ ਇਜ਼ ਯੂਜ਼ਡ ਮੈਨੀ ਟਾਈਮ ਔਰ ਉਹ ਵਾਟਰ ਵੀ ਤੁਸੀਂ ਰੀਸਾਈਕਲ ਕਰ ਸਕਦੇ ਹੋ। ਇਹ ਨਹੀਂ ਹੈ ਕਿ ਜਿੰਨਾ ਪਾਣੀ ਤੁਸੀਂ ਯੂਜ਼ ਕੀਤਾ ਚਾਹੇ ਉਹ ਪਲਾਸਟਿਕ ਵਾਸ਼ ਕਰਨ 'ਚ ਯੂਜ਼ ਕੀਤਾ ਚਾਹੇ ਤੁਸੀਂ ਬਾਇਓਡੀਗ੍ਰੇਡੇਬਲ ਵੇਸਟ ਨੂੰ ਸਲਰੀ ਬਣਾਉਣ ਵਾਸਤੇ ਯੂਜ਼ ਕੀਤਾ, ਉਹ ਤੁਸੀਂ ਸਾਰਾ ਦਾ ਸਾਰਾ ਪਾਣੀ ਰੀਸਾਈਕਲ ਕਰ ਸਕਦੇ ਹੋ, ਉਹਨੂੰ ਟ੍ਰੀਟ ਕਰਕੇ ਵਾਪਸ ਉਸੇ ਪ੍ਰੋਸੈਸ 'ਚ ਲੈ ਸਕਦੇ ਹੋ। ਜੀ ਕਰਨਲ ਜੀ, ਵੈਸੇ ਤਾਂ ਸਮਾਂ ਹੋ ਰਿਹਾ ਹੈ ਇਜਾਜ਼ਤ ਲੈਣ ਦਾ ਦਰਸ਼ਕਾਂ ਤੋਂ, ਪਰ ਇੱਥੇ ਬੜੇ ਹੀ ਥੋੜੇ ਸ਼ਬਦਾਂ ਦੇ ਵਿੱਚ ਮੈਂ ਤੁਹਾਨੂੰ ਜਾਣਨਾ ਚਾਹਾਂਗੀ ਕਿ ਜੋ ਰਜੇਸ਼ ਜੀ ਨੇ ਇਸ ਵੇਲੇ ਆਪਣੇ ਵਿਚਾਰ ਰੱਖੇ, ਜੋ ਉਹਨਾਂ ਨੇ ਹੱਲ ਸੁਝਾਏ ਨੇ ਦਰਸ਼ਕਾਂ ਨੂੰ, ਉਹ ਤੁਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਸਹਿਮਤ ਹੋ? ਮੈਂ ਪੂਰੀ ਤਰ੍ਹਾਂ ਸਹਿਮਤ ਹਾਂ, ਕਿਉਂਕਿ ਇਹ ਜੇ ਆਪਾਂ ਨਾ ਕੀਤਾ ਤਾਂ ਜਿਹੜੀਆਂ ਆਪਣੀਆਂ ਪੀੜ੍ਹੀਆਂ ਆਉਣ ਵਾਲੀਆਂ ਉਹ ਆਪਾਂ ਨੂੰ ਮਾफ़ ਨਹੀਂ ਕਰਨਗੀਆਂ। ਇਹ ਜਿਹੜਾ ਆਪਣਾ ਸੰਭਾਈ ਹੈ, ਸਾਫ਼ ਪਾਣੀ, ਸਾਫ਼ ਹਵਾ ਤੇ ਜਿਹੜੀ ਮਾਂ ਧਰਤੀ ਜਿਹਨੂੰ ਆਪਾਂ ਮਦਰ ਅਰਥ ਕਹਿੰਦੇ ਆ, ਚੰਗੀ ਛੱਡ ਕੇ ਜਾਈਏ ਕਿ ਉਹ ਵੀ ਇਹਦਾ ਆਨੰਦ ਮਾਣ ਜਿਵੇਂ ਆਪਾਂ ਆਨੰਦ ਮਾਣ ਰਹੇ ਹਾਂ। ਜੀ ਬਿਲਕੁਲ, ਇਸ ਦੇ ਨਾਲ ਹੀ ਦਰਸ਼ਕੋ ਤੁਹਾਡੇ ਤੋਂ ਮੈਂ ਇਜਾਜ਼ਤ ਲੈਣਾ ਚਾਹਾਂਗੀ। ਅਸੀਂ ਤੁਹਾਨੂੰ ਅੱਜ ਦੇ ਇਸ ਐਪੀਸੋਡ ਦੇ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਨਾਲ ਇਹੋ ਜਿਹਾ ਕੂੜਾ ਜਿਸ ਨੂੰ ਅਸੀਂ ਗੰਦ ਕਹਿੰਦੇ ਆ ਅਤੇ ਉਸ ਨੂੰ ਅਸੀਂ ਘਰਾਂ ਤੋਂ ਬਾਹਰ ਸੁੱਟ ਦਿੰਦੇ ਆ, ਕੂੜੇ ਦੇ ਇੱਕੋ ਹੀ ਡਸਟਬਿਨ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਕੂੜਾ ਸੁੱਟ ਦਿੰਦੇ ਆ ਤੇ ਕਈ ਤਰ੍ਹਾਂ ਦੀ ਬਿਮਾਰੀਆਂ ਨੂੰ ਸੱਦਾ ਦਿੱਤਾ ਜਾਂਦਾ ਹੈ। ਉਸ ਲਈ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਕਾਫੀ ਸੁਝਾਅ ਦਿੱਤੇ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਸੁਝਾਅ ਦਿੱਤੇ ਕਿ ਕਿਸ ਤਰ੍ਹਾਂ ਨਾਲ ਤੁਸੀਂ ਉਹਨੂੰ ਮੈਨੇਜ ਕਰ ਸਕਦੇ ਹੋ। ਤੇ ਉਸ ਤੋਂ ਬਾਅਦ ਜਿਹੜੀ ਟਰਾਂਸਪੋਰਟੇਸ਼ਨ ਹੈਗੀ ਹੈ, ਜਿਹੜੀ ਉਹ ਟਰਾਂਸਪੋਰਟੇਸ਼ਨ ਜਿਹੜੀ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਕੇ ਜਾਂਦੀ ਹੈ ਰਸਤੇ ਦੇ ਵਿੱਚ, ਕਿਸ ਤਰ੍ਹਾਂ ਲੋਕ ਉਸ ਦੇ ਨਾਲ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ, ਉਸ ਦੇ ਹੱਲ ਸੁਝਾਏ ਨੇ ਅਤੇ ਉਸ ਤੋਂ ਬਾਅਦ ਜਿਹੜੀ ਕੂੜੇ ਦੀ ਪ੍ਰੋਸੈਸਿੰਗ ਹੈਗੀ ਹੈ ਉਹ ਕਿਸ ਤਰ੍ਹਾਂ ਦੇ ਨਾਲ ਹੋ ਰਹੀ ਹੈ ਅਤੇ ਕਿਸ ਤਰ੍ਹਾਂ ਦੇ ਨਾਲ ਹੋਣੀ ਚਾਹੀਦੀ ਹੈ, ਉਸ ਸੰਬੰਧੀ ਅਸੀਂ ਤੁਹਾਨੂੰ ਜਿਹੜੇ ਸੁਝਾਅ ਦਿੱਤੇ ਆ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਅਸੀਂ ਸੁੱਟ ਦਿੰਦੇ ਆ ਤੇ ਉਹ ਜੋ ਦੁਬਾਰਾ ਜੇਕਰ ਇਸਤੇਮਾਲ ਦੇ ਵਿੱਚ ਲਿਆਂਦੀਆਂ ਜਾਣ ਤਾਂ ਉਹ ਕਿਸ ਤਰ੍ਹਾਂ ਦੇ ਸਾਨੂੰ ਫਾਇਦੇ ਦੇ ਸਕਦੀਆਂ ਨੇ, ਇਹ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਉਹ ਸਾਡੇ ਜਿਹੜੇ ਮੌਜੂਦ ਮਾਹਰਾਂ ਨੇ ਸਾਨੂੰ ਅੱਜ ਦੇ ਇਸ ਐਪੀਸੋਡ ਦੇ ਵਿੱਚ ਦੱਸਿਆ ਹੈਗਾ। ਪਰ ਸਮਾਂ ਥੋੜਾ ਇਸ ਲਈ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹਾਂਗੀ। ਜੇਕਰ ਤੁਸੀਂ ਸਾਨੂੰ ਸਾਡੇ ਇਸ ਐਪੀਸੋਡ ਦੇ ਬਾਰੇ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਕੋਈ ਸੁਝਾਅ ਦੇਣਾ ਚਾਹੁੰਦੇ ਜਾਂ ਫਿਰ ਕੋਈ ਇਸ ਦੇ ਬਾਰੇ ਸਲਾਹ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ। ਸਾਡਾ ਈਮੇਲ ਐਡਰੈਸ ਹੈ news@fastway.in ਤੇ ਇਸ ਨਾਲ ਹੀ ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਹੋ। ਸਾਡਾ ਫੋਨ ਨੰਬਰ ਹੈ 0161 46 84 209। ਇਸ ਨਾਲ ਤੁਹਾਡੇ ਤੋਂ ਇਜਾਜ਼ਤ ਚਾਹੁੰਦੀ ਹਾਂ। ਸਤਿ ਸ਼੍ਰੀ ਅਕਾਲ।